Hello students, welcome to first semester history class। ਅੱਜ ਅਸੀਂ ਨਵਾਂ ਕੁਐਸਚਨ ਸ਼ੁਰੂ ਕਰਾਂਗੇ। ਅੱਜ ਦੀ ਕਲਾਸ ਦਾ ਕੁਐਸਚਨ ਹੈ ਮਹਾਤਮਾ ਬੁੱਧ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਵਰਣਨ ਕਰੋ। ਸਟੂਡੈਂਟਸ, ਇਹ ਕੁਐਸਚਨ ਪਿਛਲੇ ਸਾਲ 18 ਨੰਬਰ ਦਾ ਪੁੱਛਿਆ ਗਿਆ ਹੈ। ਆਮ ਤੌਰ 'ਤੇ ਇਹ ਰਿਵਾਜ ਹੈ ਕਿ ਕੁਐਸਚਨ ਰਿਪੀਟ ਨਹੀਂ ਹੁੰਦਾ ਹੈ, ਪਰੰਤੂ ਕਿਉਂਕਿ ਸਾਡੇ ਸਿਲੇਬਸ ਵਿੱਚ ਇਹ ਹੈ, ਇਸ ਲਈ ਅਸੀਂ ਇਹ ਕੁਐਸਚਨ ਕਰਾਂਗੇ ਜ਼ਰੂਰ ਅਤੇ ਵੱਡੇ ਰੂਪ ਵਿੱਚ ਹੀ ਕਰਾਂਗੇ। ਸਪੋਜ਼ ਕਰੋ ਜੇ ਕੁਐਸਚਨ ਰਿਪੀਟ ਹੋ ਜਾਏ, ਫਿਰ ਆਮ ਤੌਰ 'ਤੇ ਨਹੀਂ ਹੁੰਦਾ ਹੈ, 99% ਰਿਪੀਟ ਨਹੀਂ ਹੁੰਦੇ ਹੈ ਕੁਐਸਚਨ, ਲੇਕਿਨ ਸਿਲੇਬਸ ਵਿੱਚ ਹੈ, ਫਿਰ ਕਰਾਂਗੇ। ਸ਼ੁਰੂ ਕਰਦੇ ਹਾਂ। ਮਹਾਤਮਾ ਬੁੱਧ ਦੇ ਜੀਵਨ ਅਤੇ ਉਹਨਾਂ ਦੀਆਂ ਸਿੱਖਿਆਵਾਂ ਦਾ ਵਰਣਨ ਕਰੋ। ਸਭ ਤੋਂ ਪਹਿਲਾਂ ਕੁਐਸਚਨ ਦੀ ਜਾਣ ਪਛਾਣ ਬਣਾਈ ਜਾਂਦੀ ਹੈ। ਜਾਣ ਪਛਾਣ ਵਿੱਚ ਅਸੀਂ ਲਿਖਾਂਗੇ ਬੌਧ ਧਰਮ ਦੇ ਸੰਸਥਾਪਕ ਮਹਾਤਮਾ ਬੁੱਧ ਸਨ। ਉਹਨਾਂ ਦਾ ਬਚਪਨ ਦਾ ਨਾਂ ਸਿਧਾਰਥ ਸੀ। ਇਹ ਕੁਐਸਚਨ ਪੁੱਛਿਆ ਜਾਂਦਾ ਹੈ 2 ਨੰਬਰ ਦਾ। 29 ਸਾਲ ਦੀ ਉਮਰ ਵਿੱਚ ਉਹਨਾਂ ਨੇ ਸੱਚੇ ਗਿਆਨ ਦੀ ਖੋਜ ਦੇ ਉਦੇਸ਼ ਨਾਲ ਘਰ ਤਿਆਗ ਦਿੱਤਾ ਅਤੇ 35 ਸਾਲ ਦੀ ਉਮਰ ਵਿੱਚ ਬੋਧ ਗਯਾ ਨਾਂ ਦੇ ਸਥਾਨ 'ਤੇ ਸੱਚਾ ਗਿਆਨ ਪ੍ਰਾਪਤ ਕੀਤਾ। ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਸਾਰਨਾਥ ਵਿੱਚ ਦਿੱਤਾ। ਉਹਨਾਂ ਨੇ 45 ਸਾਲਾਂ ਤੱਕ ਭਾਰਤ ਦੇ ਵੱਖ-ਵੱਖ ਸਥਾਨਾਂ ਦਾ ਭ੍ਰਮਣ ਕਰਕੇ ਲੋਕਾਂ ਵਿੱਚ ਆਪਣਾ ਗਿਆਨ ਵੰਡਿਆ। ਉਹਨਾਂ ਦੀ ਸਰਲ ਸਿੱਖਿਆਵਾਂ ਨੇ ਲੋਕਾਂ 'ਤੇ ਬੜਾ ਹੀ ਡੂੰਘਾ ਪ੍ਰਭਾਵ ਪਾਇਆ। ਉਹਨਾਂ ਨੇ 4 ਮਹਾਨ ਸੱਚਾਈਆਂ, 8 ਮਾਰਗ, ਕਰਮ ਸਿਧਾਂਤ, ਅਹਿੰਸਾ ਅਤੇ ਆਪਸੀ ਭਾਈਚਾਰੇ ਦਾ ਪ੍ਰਚਾਰ ਕੀਤਾ। ਉਹ ਹਵਨਾਂ, ਬਲੀਆਂ, ਵੇਦਾਂ, ਸੰਸਕ੍ਰਿਤ ਭਾਸ਼ਾ, ਤਪੱਸਿਆ, ਜਾਤੀ ਪ੍ਰਥਾ ਅਤੇ ਈਸ਼ਵਰ ਵਿੱਚ ਵਿਸ਼ਵਾਸ ਨਹੀਂ ਰੱਖਦੇ ਸਨ। ਉਹ ਨਿਰਵਾਣ ਨੂੰ ਮਨੁੱਖੀ ਜੀਵਨ ਦਾ ਪਰਮ ਉਦੇਸ਼ ਮੰਨਦੇ ਸਨ। ਮਹਾਤਮਾ ਬੁੱਧ ਨੇ ਆਪਣੇ ਅਨੁਯਾਈਆਂ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਬੌਧ ਸੰਘ ਦੀ ਸਥਾਪਨਾ ਕੀਤੀ। ਇਹ ਲੋਕਤੰਤਰੀ ਸਿਧਾਂਤਾਂ 'ਤੇ ਆਧਾਰਿਤ ਸੀ। ਬੌਧ ਧਰਮ ਦੇ ਪ੍ਰਮੁੱਖ ਸੰਪਰਦਾਇ ਹੀਨਯਾਨ, ਮਹਾਯਾਨ ਅਤੇ ਵਜਰਯਾਨ ਸਨ। ਬੌਧ ਧਰਮ ਦੀ ਲੋਕਪ੍ਰਿਯਤਾ ਅਤੇ ਪਤਨ ਦੇ ਲਈ ਅਨੇਕ ਕਾਰਨ ਜ਼ਿੰਮੇਵਾਰ ਸਨ। ਇਸ ਧਰਮ ਨੇ ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ 'ਤੇ ਬੜੀ ਹੀ ਮਹੱਤਵਪੂਰਨ ਛਾਪ ਛੱਡੀ। ਇਹ ਸੀ ਸਾਡੀ ਜਾਣ ਪਛਾਣ। ਹੁਣ ਅਸੀਂ ਗੱਲ ਕਰਾਂਗੇ ਮਹਾਤਮਾ ਬੁੱਧ ਦਾ ਜੀਵਨ। ਜੀਵਨ ਦੇ ਵਿੱਚ ਪਹਿਲਾ ਪੁਆਇੰਟ ਬਣਾਵਾਂਗੇ ਜਨਮ ਅਤੇ ਮਾਤਾ ਪਿਤਾ। ਮਹਾਤਮਾ ਬੁੱਧ ਦਾ ਜਨਮ ਨਾ ਕੇਵਲ ਭਾਰਤ ਬਲਕਿ ਪੂਰੀ ਸੰਸਾਰ ਦੇ ਲਈ ਇੱਕ ਮਹੱਤਵਪੂਰਨ ਘਟਨਾ ਸੀ। ਉਹਨਾਂ ਦੀ ਜਨਮ ਮਿਤੀ ਦੇ ਸੰਬੰਧ ਵਿੱਚ ਇਤਿਹਾਸਕਾਰਾਂ ਵਿੱਚ ਬੜੇ ਮਤਭੇਦ ਹਨ। ਕੁਝ ਇਤਿਹਾਸਕਾਰਾਂ ਦੇ ਅਨੁਸਾਰ ਮਹਾਤਮਾ ਬੁੱਧ ਦਾ ਜਨਮ 623 ਈਸਾ ਪੂਰਵ, 577 ਈਸਾ ਪੂਰਵ, 567 ਈਸਾ ਪੂਰਵ ਅਤੇ 563 ਈਸਾ ਪੂਰਵ ਨੂੰ ਹੋਇਆ ਸੀ, ਪਰੰਤੂ ਜ਼ਿਆਦਾਤਰ ਇਤਿਹਾਸਕਾਰ 567 ਈਸਾ ਪੂਰਵ ਨੂੰ ਮਹਾਤਮਾ ਬੁੱਧ ਦੀ ਜਨਮ ਮਿਤੀ ਸਵੀਕਾਰ ਕਰਦੇ ਹਨ। ਜੇਕਰ ਪ੍ਰੀਖਿਆ ਵਿੱਚ ਪੁੱਛਿਆ ਜਾਂਦਾ ਹੈ ਕਿ ਮਹਾਤਮਾ ਬੁੱਧ ਦਾ ਜਨਮ ਕਦੋਂ ਹੋਇਆ, ਤਾਂ ਤੁਹਾਡਾ ਉੱਤਰ ਹੋਊਗਾ 567 ਈਸਾ ਪੂਰਵ ਵਿੱਚ। ਮਹਾਤਮਾ ਬੁੱਧ ਦੇ ਪਿਤਾ ਦਾ ਨਾਂ ਸ਼ੁੱਧੋਦਨ ਸੀ। ਸ਼ੁੱਧੋਦਨ ਖੱਤਰੀ ਵੰਸ਼ ਤੋਂ ਸੰਬੰਧਿਤ ਸਨ ਅਤੇ ਉਹ ਨੇਪਾਲ ਦੀ ਤਰਾਈ ਵਿੱਚ ਸਥਿਤ ਇੱਕ ਛੋਟੇ ਜਿਹੇ ਗਣਰਾਜ ਸ਼ਾਕਿਆ ਦੇ ਸ਼ਾਸਕ ਸਨ। ਇਸ ਗਣਰਾਜ ਦੀ ਰਾਜਧਾਨੀ ਦਾ ਨਾਂ ਕਪਿਲਵਸਤੂ ਸੀ। ਸ਼ੁੱਧੋਦਨ ਦੀਆਂ 2 ਰਾਣੀਆਂ ਸਨ। ਇਹਨਾਂ ਦਾ ਨਾਂ ਮਹਾਮਾਇਆ ਅਤੇ ਪ੍ਰਜਾਪਤੀ ਗੌਤਮੀ ਸੀ। ਇਹ ਦੋਵੇਂ ਹੀ ਭੈਣਾਂ ਸਨ ਅਤੇ ਕੋਲੀ ਗਣਰਾਜ ਦੀ ਰਾਜਕੁਮਾਰੀਆਂ ਸਨ। ਮਹਾਤਮਾ ਬੁੱਧ ਦੀ ਮਾਤਾ ਦਾ ਨਾਂ ਮਹਾਮਾਇਆ ਸੀ, ਕਿਉਂਕਿ ਇਹਨਾਂ ਦੇ ਗਰਭ ਤੋਂ ਹੀ ਮਹਾਤਮਾ ਬੁੱਧ ਨੇ ਜਨਮ ਲਿਆ ਸੀ। ਪ੍ਰਜਾਪਤੀ ਗੌਤਮੀ ਇਹਨਾਂ ਦੀ ਮਾਸੀ ਸੀ। ਅੱਗੇ ਹੈ ਬਚਪਨ ਅਤੇ ਵਿਆਹ। ਸਿਧਾਰਥ ਦਾ ਲਾਲਨ ਪਾਲਨ ਬਹੁਤ ਲਾਡ ਪਿਆਰ ਨਾਲ ਕੀਤਾ ਗਿਆ। ਉਹਨਾਂ ਨੂੰ
ਅਨੇਕ ਤਰ੍ਹਾਂ ਦੀ ਸਿੱਖਿਆ ਦੇਣ ਦੇ ਉਚਿਤ ਪ੍ਰਬੰਧ ਕੀਤੇ ਗਏ। ਬਚਪਨ ਵਿੱਚ ਹੀ ਸਿਧਾਰਥ ਚਿੰਤਨਸ਼ੀਲ ਅਤੇ ਕੋਮਲ ਸੁਭਾਅ ਦੇ ਸਨ। ਉਹ ਜ਼ਿਆਦਾਤਰ ਇਕਾਂਤ ਵਿੱਚ ਰਹਿਣਾ ਪਸੰਦ ਕਰਦੇ ਸਨ। ਇਹ ਦੇਖ ਕੇ ਉਹਨਾਂ ਦੇ ਪਿਤਾ ਨੂੰ ਚਿੰਤਾ ਹੋਈ। ਉਹ ਸਿਧਾਰਥ ਦਾ ਧਿਆਨ ਅਧਿਆਤਮਿਕ ਵਿਚਾਰਾਂ ਤੋਂ ਹਟਾਉਣਾ ਚਾਹੁੰਦੇ ਸਨ ਤਾਂ ਕਿ ਉਹਨਾਂ ਦਾ ਪੁੱਤਰ ਇੱਕ ਮਹਾਨ ਸਮਰਾਟ ਬਣੇ। ਇਸ ਉਦੇਸ਼ ਨਾਲ ਸਿਧਾਰਥ ਦੇ ਭੋਗ ਵਿਲਾਸ ਦੇ ਲਈ ਰਾਜ ਮਹਿਲ ਦੇ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ, ਪਰੰਤੂ ਇਹਨਾਂ ਸਾਰੇ ਰਾਜਸੀ ਸੁੱਖਾਂ ਦਾ ਸਿਧਾਰਥ ਦੇ ਮਨ 'ਤੇ ਕੋਈ ਪ੍ਰਭਾਵ ਨਹੀਂ ਪਿਆ। ਜਦੋਂ ਸਿਧਾਰਥ ਦੀ ਉਮਰ 16 ਸਾਲ ਦੀ ਹੋਈ ਤਾਂ ਉਹਨਾਂ ਦਾ ਵਿਆਹ ਇੱਕ ਬਹੁਤ ਹੀ ਸੋਹਣੀ ਰਾਜਕੁਮਾਰੀ ਯਸ਼ੋਧਰਾ ਨਾਲ ਕਰ ਦਿੱਤਾ ਗਿਆ। ਕੁਝ ਸਮੇਂ ਦੇ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ, ਜਿਸ ਦਾ ਨਾਂ ਰਾਹੁਲ ਰੱਖਿਆ ਗਿਆ। ਗ੍ਰਸਥ ਜੀਵਨ ਵੀ ਸਿਧਾਰਥ ਨੂੰ ਸੰਸਾਰਿਕ ਕਾਰਜਾਂ ਵੱਲ ਆਕਰਸ਼ਿਤ ਨਹੀਂ ਕਰ ਸਕਿਆ। ਅਗਲਾ ਪੁਆਇੰਟ ਹੈ 4 ਮਹਾਨ ਦ੍ਰਿਸ਼ ਅਤੇ ਮਹਾਨ ਤਿਆਗ। ਭਾਵੇਂ ਸਿਧਾਰਥ ਨੂੰ ਬਹੁਤ ਸੋਹਣੇ ਮਹਿਲਾਂ ਵਿੱਚ ਰੱਖਿਆ ਗਿਆ ਸੀ, ਪਰੰਤੂ ਉਹਨਾਂ ਦਾ ਮਨ ਬਾਹਰੀ ਸੰਸਾਰ ਨੂੰ ਦੇਖਣ ਦੇ ਲਈ ਵਿਆਕੁਲ ਸੀ। ਇੱਕ ਦਿਨ ਉਹ ਆਪਣੇ ਸਾਰਥੀ ਚੰਨ ਨੂੰ ਲੈ ਕੇ ਰਾਜ ਮਹਿਲ ਤੋਂ ਬਾਹਰ ਨਿਕਲੇ। ਰਾਸਤੇ ਵਿੱਚ ਉਹਨਾਂ ਨੇ ਇੱਕ ਬਜ਼ੁਰਗ, ਇੱਕ ਰੋਗੀ, ਇੱਕ ਅਰਥੀ ਅਤੇ ਇੱਕ ਸਾਧੂ ਨੂੰ ਵੇਖਿਆ। ਮਾਨਵ ਜੀਵਨ ਦੇ ਇਹਨਾਂ ਵੱਖ-ਵੱਖ ਦ੍ਰਿਸ਼ਾਂ ਨੂੰ ਦੇਖ ਕੇ ਸਿਧਾਰਥ ਦਾ ਮਨ ਵਿਚਲਿਤ ਹੋ ਉੱਠਿਆ। ਉਹਨਾਂ ਨੇ ਇਹ ਜਾਣ ਲਿਆ ਕਿ ਸੰਸਾਰ ਦੁੱਖਾਂ ਦਾ ਘਰ ਹੈ ਅਤੇ ਸਿਧਾਰਥ ਨੇ ਗ੍ਰਹਿ ਤਿਆਗ ਦਾ ਨਿਸ਼ਚੈ ਕੀਤਾ ਅਤੇ ਇੱਕ ਰਾਤ ਆਪਣੀ ਪਤਨੀ ਅਤੇ ਪੁੱਤਰ ਨੂੰ ਸੌਂਦੇ ਹੋਏ ਛੱਡ ਕੇ ਗਿਆਨ ਦੀ ਖੋਜ ਵਿੱਚ ਨਿਕਲ ਪਏ। ਇਸ ਘਟਨਾ ਨੂੰ ਮਹਾਨ ਤਿਆਗ ਕਿਹਾ ਜਾਂਦਾ ਹੈ। ਉਸ ਸਮੇਂ ਸਿਧਾਰਥ ਦੀ ਉਮਰ ਕੇਵਲ 29 ਵਰ੍ਹਿਆਂ ਦੀ ਸੀ। ਅਗਲਾ ਪੁਆਇੰਟ ਹੈ ਗਿਆਨ ਦੀ ਪ੍ਰਾਪਤੀ। ਗ੍ਰਹਿ ਤਿਆਗ ਕਰਨ ਦੇ ਬਾਅਦ ਸਿਧਾਰਥ ਨੇ ਸੱਚੇ ਗਿਆਨ ਦੀ ਖੋਜ ਸ਼ੁਰੂ ਕੀਤੀ। ਇਸ ਉਦੇਸ਼ ਨਾਲ ਉਹ ਸਭ ਤੋਂ ਪਹਿਲਾਂ ਮਗਧ ਦੀ ਰਾਜਧਾਨੀ ਰਾਜਗ੍ਰਹਿ ਪਹੁੰਚੇ। ਇੱਥੇ ਉਹਨਾਂ ਨੇ ਅਲਾਰ ਕਲਾਮ ਅਤੇ ਉਦਰਕ ਨਾਂ ਦੇ 2 ਪ੍ਰਸਿੱਧ ਵਿਦਵਾਨਾਂ ਤੋਂ ਗਿਆਨ ਦੇ ਸੰਬੰਧ ਵਿੱਚ ਸਿੱਖਿਆ ਪ੍ਰਾਪਤ ਕੀਤੀ, ਪਰੰਤੂ ਉਹਨਾਂ ਦੇ ਮਨ ਨੂੰ ਸੰਤੁਸ਼ਟੀ ਨਾ ਹੋਈ ਅਤੇ ਸਿਧਾਰਥ ਨੇ ਰਾਜਗ੍ਰਹਿ ਛੱਡ ਦਿੱਤਾ। ਉਹ ਅਨੇਕ ਜੰਗਲਾਂ ਅਤੇ ਪਹਾੜੀਆਂ ਨੂੰ ਪਾਰ ਕਰਦੇ ਹੋਏ ਅੰਤ ਵਿੱਚ ਗਿਆ ਦੇ ਨੇੜੇ ਉਰੂਵੇਲਾ ਜੰਗਲ ਵਿੱਚ ਪਹੁੰਚੇ। ਉੱਥੇ ਸਿਧਾਰਥ ਦੀ ਮੁਲਾਕਾਤ 5 ਬ੍ਰਾਹਮਣ ਸਾਧੂਆਂ ਨਾਲ ਹੋਈ। ਇਹਨਾਂ ਬ੍ਰਾਹਮਣਾਂ ਦੇ ਕਹਿਣ 'ਤੇ ਸਿਧਾਰਥ ਨੇ ਕਠੋਰ ਤਪ ਸ਼ੁਰੂ ਕਰ ਦਿੱਤਾ। 6 ਸਾਲਾਂ ਦੀ ਤਪੱਸਿਆ ਦੇ ਸਿੱਟੇ ਵਜੋਂ ਉਹਨਾਂ ਦਾ ਸਰੀਰ ਸੁੱਕ ਕੇ ਕੰਡਾ ਹੋ ਗਿਆ। ਇੱਥੋਂ ਤੱਕ ਕਿ ਉਹਨਾਂ ਤੋਂ 2 ਕਦਮ ਚੱਲਣਾ ਵੀ ਮੁਸ਼ਕਿਲ ਹੋ ਗਿਆ। ਇਸ ਦੇ ਬਾਵਜੂਦ ਵੀ ਉਹਨਾਂ ਨੂੰ ਗਿਆਨ ਨਹੀਂ ਮਿਲ ਸਕਿਆ। ਉਹ ਇਸ ਪਰਿਣਾਮ 'ਤੇ ਪਹੁੰਚੇ ਕਿ ਸਰੀਰ ਨੂੰ ਜ਼ਿਆਦਾ ਕਸ਼ਟ ਦੇਣਾ ਨਿਰਰਥਕ ਹੈ ਅਤੇ ਉਹਨਾਂ ਨੇ ਭੋਜਨ ਗ੍ਰਹਿਣ ਕਰ ਲਿਆ। ਇਸ ਤੋਂ ਬਾਅਦ ਸਿਧਾਰਥ ਨੇ ਨਿਰਜਨਾ ਨਦੀ ਦੇ ਨਜ਼ਦੀਕ ਇੱਕ ਪੀਪਲ ਦੇ ਦਰਖਤ ਦੇ ਨੀਚੇ ਸਮਾਧੀ ਲਾਈ ਅਤੇ ਇਹ ਪ੍ਰਣ ਕੀਤਾ ਕਿ ਜਦ ਤੱਕ ਉਹਨਾਂ ਨੂੰ ਗਿਆਨ ਪ੍ਰਾਪਤ ਨਹੀਂ ਹੋਏਗਾ ਉਹ ਉੱਥੋਂ ਨਹੀਂ ਉੱਠਣਗੇ। 8ਵੇਂ ਦਿਨ ਵਿਸਾਖ ਮਹੀਨੇ ਦੀ ਪੂਰਨਵਾਸੀ ਨੂੰ ਸਿਧਾਰਥ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ ਅਤੇ ਸਿਧਾਰਥ ਹੁਣ ਬੁੱਧ ਅਤੇ ਤਥਾਗਤ ਕਹਾਉਣ ਲੱਗ ਪਏ। ਜਿਸ ਦਰਖਤ ਦੇ ਨੀਚੇ ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤ ਹੋਇਆ ਉਸ ਨੂੰ ਮਹਾਬੋਧੀ ਦਰਖਤ ਅਤੇ ਗਿਆ ਨੂੰ ਬੋਧ ਗਿਆ ਦੇ ਨਾਮ ਤੋਂ ਜਾਣਿਆ ਜਾਣ ਲੱਗ ਪਿਆ। ਗਿਆਨ ਪ੍ਰਾਪਤੀ ਦੇ ਸਮੇਂ ਮਹਾਤਮਾ ਬੁੱਧ ਦੀ ਉਮਰ 35 ਸਾਲ ਦੀ ਸੀ। ਅਗਲਾ ਪੁਆਇੰਟ ਹੈ ਧਰਮ ਪ੍ਰਚਾਰ। ਗਿਆਨ ਪ੍ਰਾਪਤੀ ਦੇ ਬਾਅਦ ਮਹਾਤਮਾ ਬੁੱਧ ਨੇ ਮਾਨਵਤਾ ਦੇ ਉद्धार ਦੇ ਲਈ ਆਪਣੇ ਗਿਆਨ ਦਾ ਪ੍ਰਚਾਰ ਕਰਨ ਦਾ ਸੰਕਲਪ ਲਿਆ। ਉਹ ਸਭ ਤੋਂ ਪਹਿਲਾਂ ਬਨਾਰਸ ਦੇ ਨੇੜੇ ਸਾਰਨਾਥ ਪਹੁੰਚੇ। ਇੱਥੇ ਮਹਾਤਮਾ ਬੁੱਧ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ। ਆਪਣੇ ਉਨ 5 ਸਾਥੀਆਂ ਨੂੰ ਦਿੱਤਾ ਜੋ ਗਿਆ ਵਿੱਚ ਉਹਨਾਂ ਦਾ ਸਾਥ ਛੱਡ ਕੇ ਚਲੇ ਗਏ ਸਨ। ਇਹ
ਸਾਰੇ ਬੁੱਧ ਦੇ ਅਨੁਯਾਈ ਬਣ ਗਏ। ਇਸ ਘਟਨਾ ਨੂੰ ਧਰਮ ਚੱਕਰ ਪਰਿਵਰਤਨ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਜਲਦੀ ਹੀ ਮਹਾਤਮਾ ਬੁੱਧ ਦਾ ਨਾਂ ਚਾਰੇ ਪਾਸੇ ਫੈਲਣ ਲੱਗ ਪਿਆ ਅਤੇ ਉਹਨਾਂ ਦੇ ਅਨੁਯਾਈਆਂ ਦੀ ਸੰਖਿਆ ਵੀ ਵਧਣ ਲੱਗ ਪਈ। ਅਜਿਹੀ ਸਥਿਤੀ ਵਿੱਚ ਮਹਾਤਮਾ ਬੁੱਧ ਨੇ ਆਪਣੇ ਧਰਮ ਦਾ ਸੰਗਠਿਤ ਢੰਗ ਨਾਲ ਪ੍ਰਚਾਰ ਕਰਨ ਦੇ ਉਦੇਸ਼ ਨਾਲ ਮਗਧ ਵਿੱਚ ਬੌਧ ਸੰਘ ਦੀ ਸਥਾਪਨਾ ਕੀਤੀ। ਮਹਾਤਮਾ ਬੁੱਧ ਨੇ 45 ਸਾਲਾਂ ਤੱਕ ਵੱਖ-ਵੱਖ ਸਥਾਨਾਂ 'ਤੇ ਜਾ ਕੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਪ੍ਰਸਾਰ ਕੀਤਾ। ਉਹਨਾਂ ਦੇ ਸਰਲ ਉਪਦੇਸ਼ਾਂ ਦਾ ਲੋਕਾਂ ਦੇ ਮਨਾਂ 'ਤੇ ਗਹਿਰਾ ਪ੍ਰਭਾਵ ਪਿਆ ਅਤੇ ਉਹ ਬੁੱਧ ਦੇ ਅਨੁਯਾਈ ਬਣਦੇ ਚਲੇ ਗਏ। ਮਹਾਤਮਾ ਬੁੱਧ ਦੇ ਪ੍ਰਸਿੱਧ ਅਨੁਯਾਈਆਂ ਵਿੱਚ ਮਗਧ ਦੇ ਸ਼ਾਸਕ ਬਿੰਬੀਸਾਰ ਅਤੇ ਉਸ ਦਾ ਪੁੱਤਰ ਅਜਾਤਸ਼ਤਰੂ, ਕੌਸ਼ਲ ਦਾ ਸ਼ਾਸਕ ਪ੍ਰਸੇਨਜਿਤ, ਉਸ ਦੀ ਰਾਣੀ ਮਲਿਕਾ ਅਤੇ ਉੱਥੋਂ ਦਾ ਪ੍ਰਸਿੱਧ ਸੇਠ ਅਨਾਥ ਪਿੰਡਕ, ਮੱਲ ਗਣਰਾਜ ਦਾ ਸ਼ਾਸਕ ਭਦਰਿਕ ਅਤੇ ਉੱਥੇ ਦਾ ਪ੍ਰਸਿੱਧ ਬ੍ਰਾਹਮਣ ਆਨੰਦ, ਕੌਸ਼ਾਂਬੀ ਦਾ ਸ਼ਾਸਕ ਉਦਯਨ, ਵੈਸ਼ਾਲੀ ਦੀ ਪ੍ਰਸਿੱਧ ਵੈਸ਼ਿਆ ਆਮਰਪਾਲੀ ਅਤੇ ਕਪਿਲਵਸਤੂ ਦੇ ਸ਼ਾਸਕ ਸੁਧੋਧਨ ਜੋ ਕਿ ਬੁੱਧ ਦੇ ਪਿਤਾ ਸਨ, ਉਹਨਾਂ ਦੀ ਰਾਣੀ ਪ੍ਰਜਾਪਤੀ ਗੌਤਮੀ ਜੋ ਕਿ ਬੁੱਧ ਦੀ ਮਾਸੀ ਸੀ, ਮਹਾਤਮਾ ਬੁੱਧ ਦੀ ਪਤਨੀ ਯਸ਼ੋਧਰਾ ਅਤੇ ਉਹਨਾਂ ਦੇ ਪੁੱਤਰ ਰਾਹੁਲ ਪ੍ਰਸਿੱਧ ਸਨ। ਮਹਾਤਮਾ ਬੁੱਧ ਨੇ ਆਪਣੇ ਪਰਮ ਸ਼ਿਸ਼ ਆਨੰਦ ਦੇ ਕਹਿਣ 'ਤੇ ਇਸਤਰੀਆਂ ਨੂੰ ਵੀ ਬੌਧ ਸੰਘ ਵਿੱਚ ਸ਼ਾਮਿਲ ਹੋਣ ਦੀ ਆਗਿਆ ਦੇ ਦਿੱਤੀ। ਅਗਲਾ ਅਤੇ ਲਾਸਟ ਪੁਆਇੰਟ ਹੈ ਮਹਾਪਰਿਨਿਰਵਾਣ। ਮਹਾਤਮਾ ਬੁੱਧ ਨੇ ਆਪਣੇ ਉਪਦੇਸ਼ਾਂ ਦੁਆਰਾ ਭਟਕੀ ਹੋਈ ਮਾਨਵਤਾ ਨੂੰ ਗਿਆਨ ਦਾ ਰਾਹ ਦਿਖਾਇਆ। ਆਪਣੇ ਜੀਵਨ ਦੇ ਅੰਤਿਮ ਕਾਲ ਦੇ ਵਿੱਚ ਜਦੋਂ ਉਹ ਪਾਵਾ ਪਹੁੰਚੇ ਤੇ ਉਹਨਾਂ ਨੇ ਉੱਥੇ ਇੱਕ ਸਵਰਨਕਾਰ ਦੇ ਘਰ ਭੋਜਨ ਕੀਤਾ। ਇਸ ਤੋਂ ਬਾਅਦ ਉਹਨਾਂ ਨੂੰ ਪੇਚਿਸ ਹੋ ਗਿਆ। ਇੱਥੋਂ ਮਹਾਤਮਾ ਬੁੱਧ ਕੁਸ਼ੀਨਗਰ ਚਲੇ ਗਏ। ਇੱਥੇ ਹੀ 80 ਸਾਲ ਦੀ ਉਮਰ ਵਿੱਚ 487 ਈਸਾ ਪੂਰਵ ਦੇ ਵਿੱਚ ਵਿਸਾਖ ਦੀ ਪੂਰਨਿਮਾ ਨੂੰ ਹੀ ਆਪਣਾ ਸਰੀਰ ਤਿਆਗ ਦਿੱਤਾ। ਇਸ ਘਟਨਾ ਨੂੰ ਬੌਧ ਧਰਮ ਵਿੱਚ ਮਹਾਪਰਿਨਿਰਵਾਣ ਕਿਹਾ ਜਾਂਦਾ ਹੈ। ਸਟੂਡੈਂਟਸ, ਮਹਾਤਮਾ ਬੁੱਧ ਦਾ ਜਨਮ, ਮਹਾਤਮਾ ਬੁੱਧ ਨੂੰ ਗਿਆਨ ਪ੍ਰਾਪਤੀ ਅਤੇ ਮਹਾਤਮਾ ਬੁੱਧ ਦੀ ਮੌਤ ਤਿੰਨੋਂ ਹੀ ਇੱਕੋ ਹੀ ਦਿਨ ਹੋਈਆਂ ਸਨ ਅਤੇ ਉਹ ਦਿਨ ਸੀ ਵਿਸਾਖ ਦੀ ਪੂਰਨਮਾਸੀ। ਇਸ ਤਰ੍ਹਾਂ ਅੱਜ ਦੀ ਕਲਾਸ ਵਿੱਚ ਇੰਨਾ ਹੀ। ਅੱਜ ਅਸੀਂ ਮਹਾਤਮਾ ਬੁੱਧ ਦੇ ਜੀਵਨ ਦੀ ਚਰਚਾ ਕੀਤੀ ਹੈ। ਅਗਲੀ ਕਲਾਸ ਵਿੱਚ ਮਹਾਤਮਾ ਬੁੱਧ ਦੀ ਸਿੱਖਿਆਵਾਂ ਦੀ ਚਰਚਾ ਕਰਦੇ ਹੋਏ ਅੱਗੇ ਇਸੇ ਪ੍ਰਸੰਗ ਨੂੰ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ।